गुलाबों की खुशबू ये दीवारें रोक नहीं सकती, हवाओं की बहार ये मीनारें रोक नहीं सकती। बुलंद हौसले ही जीवन की हकीकत हैं, इन फौलादों की रफ्तार ये तकदीरें नहीं रोक सकती। इन फौलादों की रफ्तार ये तकदीरें नहीं रोक सकती। ਅਸੀਂ ਆਪਣੀ ਸਟੇਟ ਨੂੰ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2021 ਜੋ ਸੈਂਟਰਲ ਹਾਲ ਆਫ ਪਾਰਲੀਮੈਂਟ ਵਿੱਚ ਹੋਇਆ ਸੀ, ਉੱਥੇ ਅਸੀਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ। ਉੱਥੇ ਸਾਰੇ ਵਿਨਰਸ ਨੂੰ ਫੈਸਿਲਿਟੇਟ ਕੀਤਾ ਗਿਆ, ਉਹਨਾਂ ਨੂੰ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ, ਆਨਰ ਕੀਤਾ ਗਿਆ। ਮੇਰੀ ਪੂਰੀ ਫੈਮਿਲੀ ਨੇ ਮੈਨੂੰ ਹਮੇਸ਼ਾ ਅੱਗੇ ਭੇਜਿਆ ਹੈ। ਮਤਲਬ ਕੋਈ ਵੀ ਇੱਦਾਂ ਕੰਪੀਟੀਸ਼ਨ ਨਹੀਂ ਸੀ ਜਿਹਦੇ ਮੈਂ ਪਾਰਟਿਸਿਪੇਟ ਨਾ ਕੀਤਾ ਹੋਏ, ਫਰੋਮ ਡਿਬੇਟ, ਡੈਕਲਾਮੇਸ਼ਨ ਟੂ ਇਵਨ ਦੋਹਾ ਰੈਸੀਟੇਸ਼ਨ ਟੂ ਐਨੀਥਿੰਗ। ਸਭ ਤੋਂ ਵੱਡੀ ਤਾਕਤ ਹੁੰਦੀ ਕਿ ਜਦੋਂ ਤੁਹਾਨੂੰ ਪਿੱਛੋਂ ਸਪੋਰਟ ਹੈ, ਜਦੋਂ ਤੁਹਾਡੇ ਮਾਪਿਓ ਤੁਹਾਡੇ ਨਾਲ ਖੜੇ ਨੇ, ਤੁਹਾਡੀ ਫੈਮਿਲੀ ਤੁਹਾਡੇ ਨਾਲ ਖੜੀ ਹੈ, ਤੁਹਾਡੇ ਟੀਚਰਸ ਨੇ, ਦੈਨ ਆਈ ਗੈਸ ਕਿ ਕੋਈ ਵੀ ਚੀਜ਼ ਛੋਟੀ ਵੱਡੀ ਨਹੀਂ ਹੁੰਦੀ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ। ਅੱਜ ਦੇ ਪਰਟੀਕੂਲਰ ਟਾਈਮ 'ਚ ਰਿਗਾਰਡਲੈਸ ਆਫ ਦ ਜੈਂਡਰ, ਈਦਰ ਇਟਸ ਅ ਬॉय ਔਰ ਅ ਗਰਲ, ਤੁਹਾਨੂੰ ਆਪਣੀ ਲਾਈਫ 'ਚ ਇਸ ਪੁਆਇੰਟ ਆਫ ਟਾਈਮ 'ਤੇ ਜੋ ਮਤਲਬ ਇਸ ਸਮੇਂ ਸਿਚੁਏਸ਼ਨ ਹੈ, ਯੂ ਨੀਡ ਟੂ ਹੋਲਡ ਸਮ ਪਾਵਰ ਐਂਡ ਯੂ ਨੀਡ ਟੂ ਪਾਰਟਿਸਿਪੇਟ ਇਨ ਆਲ ਦੀਸ ਥਿੰਗਸ। ਕਿ ਹਮੇਸ਼ਾ ਆਪਣੀ ਲਾਈਫ 'ਚ ਇੰਡੀਪੈਂਡੈਂਟ ਰਹੋ, ਹਮੇਸ਼ਾ ਚਾਹੇ ਯੂ ਗੈਟ ਮੈਰਿਡ ਔਰ ਯੂ ਕੁਛ ਵੀ ਆਪਣੀ ਲਾਈਫ 'ਚ ਕਰੋ, ਇੱਕ ਇੰਡੀਪੈਂਡੈਂਸੀ ਇਜ਼ ਵੈਰੀ ਮਚ ਇੰਪੋਰਟੈਂਟ। ਕੋਈ ਦੋ ਰਾਏ ਨਹੀਂ ਹੈ ਇਸ ਗੱਲ ਵਿੱਚ ਕਿ ਕੁੜੀਆਂ ਮੁੰਡਿਆਂ ਨਾਲੋਂ ਤੇਜ਼ ਨੇ ਤੇ ਬਹੁਤ ਸਾਰੀਆਂ ਕੁੜੀਆਂ ਹੁਣ ਬਹੁਤ ਨਾਮ ਬਣਾ ਰਹੀਆਂ ਨੇ। ਤੇ ਇੱਕ ਅਜਿਹੀ ਮੁਲਾਕਾਤ ਅੱਜ ਤੁਹਾਡੀ ਕਰਵਾਉਣ ਜਾ ਰਹੇ ਹਾਂ ਲੁਧਿਆਣਾ ਦੀ ਇਸ ਕੁੜੀ ਨਾਲ ਜਿਸ ਦਾ ਨਾਮ ਹੈ ਜਪਨੀਤ, ਤੇ ਪੰਜਾਬ ਦੇ ਉਹਨਾਂ 3 ਬੱਚਿਆਂ 'ਚ ਸ਼ਾਮਲ ਹੋਈ ਜਿਨ੍ਹਾਂ ਨੇ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2021 ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਜਪਨੀਤ। ਥੈਂਕ ਯੂ ਸੋ ਮਚ। ਅਤੇ ਅਸੀਂ ਤੁਹਾਡੇ ਬਾਰੇ ਪੜ੍ਹਿਆ, ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੈ ਪਾਰਲੀਮੈਂਟ ਦੇ ਵਿੱਚ, ਤੁਹਾਡੀ ਜਰਨੀ ਬਾਰੇ ਜਾਣਨਾ ਚਾਹਾਂਗੇ। ਸ਼ੋਰ। ਸਭ ਤੋਂ ਪਹਿਲਾਂ ਮੈਂ ਲੁਧਿਆਣਾ 'ਤੇ ਕੰਪੀਟੀਸ਼ਨ ਦਿੱਤਾ, ਡਿਸਟ੍ਰਿਕਟ ਯੂਥ ਪਾਰਲੀਮੈਂਟ ਫੈਸਟੀਵਲ, ਜਿਹਦੇ ਵਿੱਚ ਮੈਨੂੰ ਮੇਰੀ ਫਸਟ ਰੈਂਕ ਆਈ। ਦੈਨ ਲੁਧਿਆਣਾ ਤੋਂ 2 ਬੱਚੇ ਸਿਲੈਕਟ ਹੋਏ ਜਿਨ੍ਹਾਂ ਨੇ ਪੰਜਾਬ ਰਾਜ ਅਤੇ ਚੰਡੀਗੜ੍ਹ ਲੈਵਲ 'ਤੇ ਉਹਨਾਂ ਨੇ ਫਿਰ ਆਪਣੇ ਆਪਣੇ ਡਿਸਟ੍ਰਿਕਟਸ ਨੂੰ ਰਿਪਰੈਜ਼ੈਂਟ ਕੀਤਾ। ਉੱਥੋਂ ਫਿਰ 3 ਬੱਚਿਆਂ ਦਾ ਸਿਲੈਕਸ਼ਨ ਹੋਇਆ ਜਿਨ੍ਹਾਂ ਵਿੱਚੋਂ ਮੈਂ ਇੱਕ ਸ਼ਾਮਿਲ ਸੀ, ਅਤੇ ਅਸੀਂ ਆਪਣੀ ਸਟੇਟ ਨੂੰ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ 2021 ਜੋ ਸੈਂਟਰਲ ਹਾਲ ਆਫ ਪਾਰਲੀਮੈਂਟ ਵਿੱਚ ਹੋਇਆ ਸੀ, ਉੱਥੇ ਅਸੀਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ। ਅਸੀਂ 4 ਡੇਜ਼ ਲਈ ਉੱਥੇ ਸਾਡਾ ਸਟੇ ਸੀ ਐਂਡ ਇਟ ਵਾਜ਼ ਅ ਮੋਸਟ ਮੈਮੋਰੇਬਲ ਐਂਡ ਅਮੇਜ਼ਿੰਗ ਜਰਨੀ ਆਫ ਮਾਈ ਲਾਈਫ। ਅਤੇ ਕਿਵੇਂ ਇਸ ਕੰਪੀਟੀਸ਼ਨ ਦਾ ਹਿੱਸਾ ਕਿਵੇਂ ਬਣੇ? ਸਭ ਤੋਂ ਪਹਿਲਾਂ ਡਿਸਟ੍ਰਿਕਟ ਲੈਵਲ 'ਤੇ ਜਿੱਦਾਂ ਮੈਂ ਦੱਸਿਆ ਕਿ ਸਾਡਾ ਕੰਪੀਟੀਸ਼ਨ ਹੋਇਆ ਸੀ ਡੈਕਲਾਮੇਸ਼ਨ ਦਾ, ਅਤੇ ਉਹ ਸਾਨੂੰ 1 ਡੇ ਪ੍ਰਾਇਰ ਟੋਪਿਕ ਦਿੱਤਾ ਗਿਆ ਸੀ, ਉਹਦੇ 'ਤੇ ਅਸੀਂ ਪ੍ਰਿਪੇਅਰ ਕੀਤਾ। ਦੈਨ ਉੱਥੇ ਸਪੀਚ ਡਿਲੀਵਰ ਕੀਤੀ ਸੀ। ਦੈਨ ਲੁਧਿਆਣਾ ਲੈਵਲ 'ਤੇ ਆਈ ਗੋਟ ਰੈਂਕ। ਦੈਨ ਉਸ ਤੋਂ ਬਾਅਦ ਅਸੀਂ ਸਟੇਟ ਲੈਵਲ 'ਤੇ ਜਦ ਪਹੁੰਚੇ ਤਾਂ ਸਟੇਟ ਲੈਵਲ 'ਚ ਕੁੱਲ 80 to 85 ਪਾਰਟੀਸਪੈਂਟਸ ਸੀ, ਜਿਨ੍ਹਾਂ ਵਿੱਚੋਂ 3 ਪਾਰਟੀਸਪੈਂਟਸ ਨੂੰ ਸਿਲੈਕਟ ਕੀਤਾ ਗਿਆ। ਉਸ ਤੋਂ ਬਾਅਦ ਮਤਲਬ ਆਲ ਓਵਰ ਇੰਡੀਆ ਵਿੱਚ 3 ਲੱਖ ਬੱਚਿਆਂ 'ਚੋਂ 80 ਬੱਚੇ ਸੀ ਜਿਨ੍ਹਾਂ ਨੇ ਆਪਣੀ ਆਪਣੀ ਸਟੇਟਸ ਨੂੰ ਉੱਥੇ ਜਾ ਕੇ ਰਿਪਰੈਜ਼ੈਂਟ ਕੀਤਾ ਸੀ। ਅਤੇ ਉੱਥੇ ਡਿਫਰੈਂਟ ਕਲਚਰਸ ਵੇਖਣ ਨੂੰ ਮਿਲੇ, ਅਲੱਗ ਅਲੱਗ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੀ ਕਲਚਰ ਨੂੰ ਜਾਣਿਆ, ਉਹਨਾਂ ਦੀ ਵੈਲਿਊਜ਼ ਨੂੰ ਜਾਣਿਆ, ਉਹਨਾਂ ਦੀ ਹੈਰੀਟੇਜ ਨੂੰ ਜਾਣਿਆ। ਸੋ ਇੱਕ ਕਲਚਰਲ ਐਕਸਚੇਂਜ ਵੀ ਹੋਇਆ ਐਂਡ 4 ਡੇਜ਼ ਐਵਰੀਥਿੰਗ ਵਾਜ਼ ਵੈਲ ਅਰੇਂਜ ਐਂਡ ਬਹੁਤ ਹੀ ਐਪਿਕ ਜਰਨੀ ਰਹੀ ਮੇਰੇ ਲਈ ਉਹ। ਅਤੇ ਤੁਹਾਨੂੰ ਅਵਾਰਡ ਵੀ ਦਿੱਤਾ ਗਿਆ? ਹਾਂਜੀ। ਸੋ ਸੈਕਿੰਡ ਡੇ ਜਿਹੜਾ ਸੈਂਟਰਲ ਹਾਲ ਆਫ ਪਾਰਲੀਮੈਂਟ ਸੀ, ਉੱਥੇ ਬੈਠਣਾ ਹੀ ਇੱਕ ਬਹੁਤ ਵੱਡੀ ਅਚੀਵਮੈਂਟ ਮੰਨੀ ਜਾ ਰਹੀ ਸੀ, ਬਿਕੋਜ਼ ਉੱਥੇ ਜਿਹੜੇ 80 ਬੱਚੇ ਸੀ ਉਹ ਇਲੈਕਟਿਡ ਨਹੀਂ ਬਟ ਸਿਲੈਕਟਿਡ ਰਿਪਰੈਜ਼ੈਂਟੇਟਿਵਸ ਸੀ ਜੋ ਸੈਂਟਰਲ ਹਾਲ ਆਫ ਪਾਰਲੀਮੈਂਟ ਵਿੱਚ ਬੈਠੇ। ਅਤੇ ਉੱਥੇ ਸਾਰੇ ਵਿਨਰਸ ਨੂੰ ਫੈਸਿਲਿਟੇਟ ਕੀਤਾ ਗਿਆ, ਉਹਨਾਂ ਨੂੰ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ, ਆਨਰ ਕੀਤਾ ਗਿਆ। ਸ਼੍ਰੀ ਓਮ ਬਿਰਲਾ ਜੀ ਉਹਨਾਂ ਨੇ ਦਿੱਤਾ, ਹੀ ਇਜ਼ ਦ ਸਪੀਕਰ ਆਫ ਲੋਕ ਸਭਾ। Then certificate was given by the Education Minister and also the Minister of Youth Affairs and Sports, and ਕਾਫੀ ਉੱਥੇ officials ਸੀਗੇ NSS NYKS ਦੇ, ਉਹਨਾਂ ਨਾਲ ਗੱਲਬਾਤ ਕੀਤੀ। ਸੋ it was ਪਾਰਲੀਮੈਂਟ ਵਿੱਚ ਹੀ ਜਾਣਾ ਐਂਡ ਉੱਥੇ ਡਿਫਰੈਂਟ ਆਪਣੇ ਹੀ ਦੇਸ਼ ਦੇ ਰਿਪਰੈਜ਼ੈਂਟੇਟਿਵਸ ਨੂੰ ਦੇਖਣਾ, ਅਤੇ youth of the nation was there and to interact with them and to know them, it was really an unbelievable feeling and one of the most beautiful feeling.
ਅਕਸਰ ਹੁੰਦਾ ਹੈ ਨਾ ਕਿ ਜਦੋਂ ਤੁਹਾਨੂੰ ਬੋਲਣਾ ਪਏ ਕਿਸੇ ਦੇ ਸਾਹਮਣੇ ਤਾਂ ਬਹੁਤ ਡਰ ਲੱਗਦਾ ਹੁੰਦਾ ਹੈ। ਬਚਪਨ ਤੋਂ ਇਹ ਕਰਦੇ ਰਹੇ ਹੋ ਸਪੀਚਸ ਡਿਕਲੇਮੇਸ਼ਨਸ? ਯੈਸ ਐਕਚੁਅਲੀ ਸ਼ੁਰੂ ਤੋਂ ਹੀ ਮੈਨੂੰ ਮੇਰੇ ਪੇਰੈਂਟਸ ਨੇ ਬਹੁਤ ਮੋਟੀਵੇਟ ਕੀਤਾ, ਮੇਰੀ ਪੂਰੀ ਫੈਮਿਲੀ ਨੇ ਮੈਨੂੰ ਹਮੇਸ਼ਾ ਅੱਗੇ ਭੇਜਿਆ ਹੈ। ਮਤਲਬ ਕੋਈ ਵੀ ਇੱਦਾਂ ਕੰਪੀਟੀਸ਼ਨ ਨਹੀਂ ਸੀ ਜਿਹਦੇ ਮੈਂ ਪਾਰਟਿਸਿਪੇਟ ਨਾ ਕੀਤਾ ਹੋਏ, ਫਰੋਮ ਡਿਬੇਟ, ਡੈਕਲਾਮੇਸ਼ਨ ਟੂ ਇਵਨ ਦੋਹਾ ਰੈਸੀਟੇਸ਼ਨ, ਐਨੀਥਿੰਗ। ਤੋ ਸ਼ੁਰੂ ਤੋਂ ਹੀ ਉਹ ਇੱਕ ਇਨਵਾਇਰਮੈਂਟ ਇੱਦਾਂ ਦਾ ਕ੍ਰੀਏਟ ਕੀਤਾ ਗਿਆ ਸੀ ਦੈਟ ਯੂ ਹੈਵ ਟੂ ਅਚੀਵ ਸਮਥਿੰਗ ਇਨ ਯੋਰ ਲਾਈਫ। ਦੈਨ ਟੀਚਰਸ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਦੈਨ ਫਰੈਂਡਸ ਵੀ ਸੀ ਨਾਲ, ਉਹਨਾਂ ਨੇ ਵੀ ਕਾਫੀ ਮੋਟੀਵੇਟ ਕੀਤਾ। ਸੋ ਇਹ ਜਰਨੀ ਮੇਰੀ ਸ਼ੁਰੂ ਤੋਂ ਹੀ ਵੈਨ ਆਈ ਵਾਜ਼ ਇਨ 5-6 ਈਅਰ ਆਈ ਗੋਟ ਸੋ ਮੈਨੀ ਪ੍ਰਾਈਜ਼ਸ, ਸੋ ਮੈਨੀ ਸਰਟੀਫਿਕੇਟਸ। ਸੋ ਮੈਂ ਆਪਣੀ ਸਕੂਲਿੰਗ ਵੀ BCM ਤੋਂ ਕੀਤੀ ਹੈ, ਦੈਨ ਗਵਰਨਮੈਂਟ ਕਾਲਜ ਤੋਂ, ਦੈਨ ਨਾਓ ਇਨ BCM ਕਾਲਜ। ਸੋ ਉੱਥੇ ਹਰ ਇੱਕ ਜੋ ਇਨਵਾਇਰਮੈਂਟ ਹੈ ਦੈਟ ਹੈਜ਼ ਆਲਵੇਜ਼ ਬੀਨ ਸੋ ਮੋਟੀਵੇਟਿੰਗ ਐਂਡ ਸੋ ਐਨਕਰੇਜਿੰਗ ਦੈਟ ਤੁਹਾਨੂੰ ਆਪ ਨੂੰ ਹੀ ਲੱਗਦਾ ਕਿ ਯਾਰ ਤੁਸੀਂ ਆਪਣੇ ਲਈ ਤਾਂ ਅਚੀਵ ਕਰਨਾ ਹੈ, ਬਟ ਜਿਨ੍ਹਾਂ ਨੇ ਤੁਹਾਡੇ ਲਈ ਐਫਰਟਸ ਕੀਤੇ ਨੇ, ਤੁਹਾਡੇ ਪੇਰੈਂਟਸ, ਤੁਹਾਡੇ ਟੀਚਰਸ, ਤੁਹਾਡਾ ਇੰਸਟੀਟਿਊਸ਼ਨ, ਉਹਨਾਂ ਲਈ ਵੀ ਤੁਸੀਂ ਜ਼ਰੂਰ ਕੁਛ ਇੱਦਾਂ ਅਚੀਵ ਕਰੋ ਕਿ ਉਹ ਤੁਹਾਨੂੰ ਯਾਦ ਰੱਖਣ। ਜੀ, ਅਤੇ ਐਡੇ ਵੱਡੇ ਮੁਕਾਮ 'ਤੇ ਜਾ ਕੇ ਆਏ ਤੁਸੀਂ, ਕੋਈ ਅਜਿਹੀ ਚੀਜ਼ ਬਹੁਤ ਮੈਮੋਰੇਬਲ ਰਹੀ ਹੋਏ ਉਸ ਸਮੇਂ 'ਤੇ? ਐਕਚੁਅਲੀ ਮੈਮੋਰੇਬਲ ਤਾਂ ਸਭ ਕੁਛ ਹੀ ਸੀ, ਬਟ ਉੱਥੇ ਮੈਂ ਜਿਹੜਾ ਸੀ ਜਿਸ ਜਗ੍ਹਾ 'ਤੇ ਰੁਕੇ ਸੀ, ਸਾਡਾ ਅਸ਼ੋਕਾ ਹੋਟਲ 'ਚ ਸਟੇ ਸੀ। ਸੋ ਸਾਰਾ ਕੁਛ ਗਵਰਨਮੈਂਟ ਵੱਲੋਂ ਔਰਗਨਾਈਜ਼ ਸੀ। ਦ ਬੈਸਟ ਪਾਰਟ ਉਸ ਜੋ ਇਸ ਸਮੇਂ ਹੈ ਕਿ 2020 ਵਿੱਚ ਦੇਰ ਵਾਜ਼ ਅ ਕੰਪਲੀਟ ਅਟਰ ਸਾਇਲੈਂਸ ਇਨ ਦ ਹੋਲ ਵਰਲਡ। ਅਤੇ ਜਦੋਂ ਅਸੀਂ ਉੱਥੇ ਗਏ 2021 ਵਿੱਚ, ਜਦੋਂ ਯੂਥ ਪਾਰਲੀਮੈਂਟ ਵਿੱਚ ਸਾਰੇ ਬੈਠੇ ਹੋਏ ਸੀ, ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਸੀ, ਜਾਂ ਵੀ ਯੂਜ਼ ਟੂ ਹੈਵ ਟਾਕ, ਅਤੇ ਜਿੱਦਾਂ ਆਈ ਹੈਡ ਫਰੈਂਡਸ ਫਰੋਮ ਰਾਜਸਥਾਨ, ਮੱਧ ਪ੍ਰਦੇਸ਼, ਅਤੇ ਉਹਨਾਂ ਬਾਰੇ ਜਾਣਨਾ, ਉਹ ਮਤਲਬ ਆਪਣੀ ਲਾਈਫ 'ਚ ਕੀ ਅਚੀਵ ਕਰ ਰਹੇ ਨੇ। ਮਤਲਬ ਲੱਗਦਾ ਹੈ ਕਿ ਲਾਈਫ ਵਿੱਚ ਤੁਹਾਡੇ ਹਰ ਪੜਾਅ 'ਤੇ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਇੰਸਪਾਇਰ ਕਰਨ ਆਉਂਦਾ ਹੈ। ਉਹੀ ਉਸ ਜਗ੍ਹਾ 'ਤੇ ਸੀ ਦੈਟ ਇਵਨ ਫਰੋਮ ਤੋਂ ਨਾਰਥ ਈਸਟ ਤੋਂ ਲੈ ਕੇ ਸਾਊਥ ਤੋਂ ਲੈ ਕੇ ਵੈਸਟ ਤੱਕ, ਹਰ ਬੱਚੇ 'ਚੋਂ ਕੁਛ ਨਾ ਕੁਛ ਸਿੱਖਣ ਵਾਲਾ ਸੀ। ਔਰ ਮੈਂ ਇਹ ਚਾਹੁੰਦੀ ਹਾਂ ਕਿ ਇੱਦਾਂ ਦੇ ਜਿਹੜੇ ਹੁੰਦੇ ਰਹਿੰਦੇ ਨੇ ਫੈਸਟੀਵਲਸ, ਇਹ ਪੰਜਾਬ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਨੈਸ਼ਨਲ ਲੈਵਲ 'ਤੇ ਹੋਣੇ ਚਾਹੀਦੇ ਨੇ। ਬਿਕੋਜ਼ ਜਿੰਨਾ ਸਾਇਲੈਂਸ ਸੀ 2020 ਵਿੱਚ, ਸਭ ਕੁਛ ਰੁਕ ਗਿਆ ਸੀ, ਪੜ੍ਹਾਈ ਤੋਂ ਲੈ ਕੇ ਐਵਰੀ ਸਿੰਗਲ ਥਿੰਗ। ਫਿਰ ਜਦੋਂ ਅਸੀਂ ਉੱਥੇ ਗਏ, ਜੋ 3-4 ਦਿਨ ਸੀ, ਉਹ ਵੀ ਬਹੁਤ ਵਧੀਆ ਸੀ। ਐਂਡ ਜਿਹੜੇ ਉੱਥੇ ਆਫੀਸ਼ੀਅਲ ਸੀਗੇ, ਸਭ ਕੁਛ ਸੀ, ਇਟ ਵਾਜ਼ ਰੀਅਲੀ ਨਾਈਸ ਜਰਨੀ। ਐਂਡ ਸਭ ਤੋਂ ਮੈਮੋਰੇਬਲ ਤਾਂ ਇਹ ਹੁੰਦਾ ਕਿ ਵੈਨ ਯੂ ਵਿਨ, ਐਂਡ it's definitely a proud moment for your parents especially. Say every moment I could particularly say these 4 days were literally one of the best days of my life. So I even couldn't recognize or define one particular moment. ਅਤੇ ਸਾਰੀ ਹੀ ਮੂਮੈਂਟ ਮੇਰੇ ਲਈ ਬਹੁਤ ਵਧੀਆ ਸੀ, ਚਾਹੇ ਉਹ ਮੈਂ ਸਰਟੀਫਿਕੇਟ ਜਦੋਂ ਲੈ ਰਹੀ ਸੀ, ਚਾਹੇ ਅਸੀਂ ਉਸ ਤੋਂ ਬਾਅਦ ਨੀਚੇ ਉਤਰੇ ਹਾਂ। everything was very special to me. and ਸਭ ਤੋਂ ਵਧੀਆ ਇਹ ਸੀ ਕਿ ਜਿਹੜੇ ਆਉਣ ਵਾਲੇ ਉੱਥੇ ਬੱਚੇ ਨੇ, ਉਹ ਇੱਕ ਦੂਜੇ ਨੂੰ ਮੋਟੀਵੇਟ ਕਰ ਰਹੇ ਸੀ ਕਿ ਹਾਂ ਜਸਟ ਟਰਾਈ ਫॉर ਦਿਸ ਐਗਜ਼ਾਮ, ਹਮ तुम्हें ਜ਼ਰੂਰ ਮਿਲेंगे। ਇਟ ਵਾਜ਼ ਅ ਵੰਡਰਫੁਲ ਡੇ ਫॉर मी। ਜੀ, ਅਤੇ ਕੁਝ ਜ਼ਿੰਦਗੀ 'ਚ ਬਦਲਾਅ ਆਇਆ, ਕੁਝ ਨਵਾਂ ਸਿੱਖਿਆ, ਕੁਝ ਲੈ ਕੇ ਆਏ ਸਿੱਖ ਕੇ, ਕੀ ਨਵਾਂ ਲੈ ਕੇ ਆਏ ਉੱਥੋਂ? ਡੈਫੀਨੇਟਲੀ ਮੈਂ ਜਿੱਦਾਂ ਮੈਂ ਕਿਹਾ ਕਿ 4 ਦਿਨ ਦੈਟ ਵਾਜ਼ ਅਨਬਿਲੀਵੇਬਲ ਮੂਮੈਂਟਸ। ਅਤੇ ਡੈਫੀਨੇਟਲੀ ਜਦੋਂ ਮੈਂ ਉੱਥੋਂ ਵਾਪਸ ਆਈ ਹਾਂ, ਇੱਕ ਸੈਂਸ ਆਫ ਕੌਨਫੀਡੈਂਸ, ਇੱਕ ਜਿੱਦਾਂ ਐਜ਼ ਆਈ ਸੈਡ ਕਿ ਲਾਈਫ ਸਟਿਲ 'ਤੇ ਆ ਗਈ ਸੀ, ਇੱਕ ਜੋ ਸੈਂਸ ਆਫ ਕੌਨਫੀਡੈਂਸ, ਇੱਕ ਜੋ ਪ੍ਰਾਊਡ ਲੱਗਦਾ ਕਿ ਹਾਂ ਹੁਣ ਆਪਣੀ ਲਾਈਫ 'ਚ ਜੋ ਅਚੀਵ ਕਰ ਰਹੇ ਸੀ, ਜੋ ਆਪਣਾ ਇੱਕ ਬਾਰ ਤੁਸੀਂ ਹਮੇਸ਼ਾ ਸੈੱਟ ਕੀਤਾ ਹੁੰਦਾ, ਉਸ ਤੋਂ ਉੱਪਰ ਉੱਠਣਾ ਹੈ। for your parents, for your teachers, for everybody in the surrounding. So ਬਹੁਤ ਕੁਝ ਸਿੱਖਿਆ। ਇਨ ਫੈਕਟ ਆਈ ਵਾਜ਼ ਥੋੜ੍ਹੇ ਟਾਈਮ ਬਾਅਦ ਹੀ ਮੈਨੂੰ ਮੇਰੇ ਘਰ ਵਿੱਚ ਔਨਰ ਵੀ ਕਰਨ ਆਏ MLA ਨੇ, ਸ਼ਰਨਜੀਤ ਸਿੰਘ ਢਿੱਲੋਂ ਜੀ, ਉਹ ਮੇਰੇ ਘਰ ਔਨਰ ਕਰਨ ਆਏ। ਮੇਰੇ ਪੇਰੈਂਟਸ ਨੂੰ ਵੀ ਉਹਨਾਂ ਨੇ ਔਨਰ ਕੀਤਾ। ਅਤੇ ਇੱਕ ਬੱਚੇ ਲਈ ਇੱਕ ਸਭ ਤੋਂ ਵੱਡੀ ਅਚੀਵਮੈਂਟ ਹੁੰਦੀ ਹੈ ਕਿ ਜਦੋਂ ਉਹਦੀ ਬਦੌਲਤ ਉਹਦੀ ਪੇਰੈਂਟਸ ਨੂੰ ਕੀ ਕਹਿੰਦੇ ਆ ਔਨਰ ਕੀਤਾ ਜਾਏ। ਸੋ ਬਹੁਤ ਹੀ ਕੁਝ ਸਿੱਖਿਆ, ਕਿੱਦਾਂ ਤੁਸੀਂ ਜਿੱਦਾਂ ਸਪੀਚਿਸ ਵੀ ਅਸੀਂ ਦੇ ਰਹੇ ਸੀ, ਅਤੇ ਜਦੋਂ ਬੱਚਿਆਂ ਦੀ ਸਪੀਚਿਸ ਵੀ ਸੁਣੋ, ਇੱਕ ਲਾਈਨ 'ਚ ਮਤਲਬ ਕਿੰਨੀ ਡੈਪਥ ਹੁੰਦੀ ਹੈ, ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ। ਦੈਟ ਵਾਜ਼ ਅਮੇਜ਼ਿੰਗ। ਜੀ, ਅਸੀਂ ਗੱਲ ਕਰ ਰਹੇ ਸੀ, ਅਕਸਰ ਕੁੜੀਆਂ ਨੂੰ ਮਾਂ ਬਾਪ ਜ਼ਿਆਦਾ ਖੁੱਲ੍ਹ ਨਹੀਂ ਦਿੰਦੇ, ਜਾਂ ਜਾਣ ਨਹੀਂ ਦਿੰਦੇ, ਜਾਂ ਸਪੋਰਟ ਨਹੀਂ ਕਰਦੇ। ਤੁਹਾਡੇ ਨਾਲ ਇੱਦਾਂ ਦਾ ਹੋਇਆ ਜਾਂ ਫੁੱਲ ਸਪੋਰਟ ਮਿਲੀ ਘਰਦਿਆਂ ਤੋਂ?
आई गेस फुल सपोर्ट बिकॉज मेरे मम्मा पापा स्पैशली मतलब मैं अज तक अपनी जिन्नी भी अचीवमेंट्स कीतियां ने जो कुछ भी किया है मैं उस चीज़ का क्रेडिट अपने रब ते अपने पेरेंट्स ਨੂੰ ਜ਼ਰੂਰ ਦੇਵਾਂਗੀ ਕਿਉਂਕਿ ਇਹ ਬਹੁਤ ਵੱਡੀ ਚੀਜ਼ ਹੈ ਕਿ ਕੁੜੀਆਂ ਨੂੰ ਨਾ ਕਿਹਾ ਜਾਂਦਾ ਕਿ ਇੱਕ ਪਰਟੀਕੂਲਰ ਏਜ ਤੱਕ ਇਟਸ ਓਕੇ ਇਫ ਯੂ ਆਰ ਇਨ ਕਾਲਜ ਇਫ ਯੂ ਆਰ ਇਨ ਸਕੂਲ पार्टिसिपेट इट्स ओके बट सम आफ्टर सम टाइम कि नहीं यार ठीक है बेटा अब इधर उधर काम करो ठीक है घर देखो आई बिलीव कि वो सब चीज़ां भी ਜ਼ਰੂਰੀ ਨੇ ਬਟ ਕਦੀ ਵੀ ਆਪਣੇ ਡਰੀਮਸ ਨੂੰ ਰੋਕਣਾ ਨਹੀਂ ਚਾਹੀਦਾ ਐਂਡ ਪੇਰੈਂਟਸ ਨੂੰ ਵੀ ਅੱਜ ਦਾ ਜਿਹੜਾ ਸਮਾਂ ਆ ਰਿਹਾ ਹੈ ਇੰਨੀ ਜ਼ਿਆਦਾ ਇਨਫੈਕਟ ਕੋਵਿਡ ਨੇ ਸਭ ਨੂੰ ਹਿਲਾ ਦਿੱਤਾ ਹੈ ਅਤੇ ਅੱਜ ਇੱਕ ਫੈਮਿਲੀ 'ਚ ਇੱਕ ਛੋਟੇ ਤੋਂ ਛੋਟਾ ਬੱਚਾ ਲੈ ਕੇ ਇੱਕ ਵੱਡਾ ਬਜ਼ੁਰਗ ਇੱਕ ਬਹੁਤ ਇੰਪੋਰਟੈਂਸ ਰੱਖ ਰਿਹਾ ਹੈ ਐਂਡ ਆਈ ਸਪੋਜ਼ਿੰਗਲੀ ਫੀਲ ਕਿ ਮੇਰੇ ਘਰ ਵਿੱਚ ਮੈਨੂੰ ਇੱਦਾਂ ਦਾ ਇਨਵਾਇਰਮੈਂਟ ਦਿੱਤਾ ਗਿਆ ਕਿ ਈਵਨ ਇਫ ਆਈ ਵਾਜ਼ ਲਾਈਕ ਕਿ ਮੈਨੂੰ ਇਹ ਛੋਟੀ ਜਿਹੀ ਚੀਜ਼ ਵੀ ਕਰਨੀ ਮੈਨੂੰ ਮੇਰੇ ਪੇਰੈਂਟਸ ਨੇ ਕਦੀ ਨਹੀਂ ਰੋਕਿਆ ਮੈਂ ਆਪਣੇ ਕਾਲਜ 'ਚ ਵੀ ਕਾਲਜ ਅੰਬੈਸਡਰ ਹੈੱਡ ਗਰਲ ਰਹਿ ਚੁੱਕੀ ਹਾਂ ਅਤੇ ਓਬਵੀਅਸਲੀ ਜਦੋਂ ਇੰਨੇ ਸਾਰੇ ਲੋਕਾਂ ਵਿੱਚ ਰਹਿਣਾ ਇੰਨੇ ਟੀਚਰਸ ਨਾਲ ਇੰਟਰੈਕਟ ਕਰਨਾ ਉਹ ਇੰਨੀ ਬਾਊਂਡਰੀਜ਼ ਓਪਨ ਕਰ ਦਿੱਤੀਆਂ ਗਈਆਂ ਇੰਨਾ ਥਿੰਕਿੰਗ ਪ੍ਰੋਸੈਸ ਇੰਨਾ ਥੋਟ ਪ੍ਰੋਸੈਸ ਇੰਨਾ ਅੱਛਾ ਹੋ ਜਾਂਦਾ ਹੈ ਤੁਹਾਡਾ ਕਿ ਤੁਹਾਨੂੰ ਲੱਗਦਾ ਕਿ ਯਾਰ ਬਸ ਜੋ ਛੋਟੇ ਛੋਟੇ ਕਦਮ ਵੀ ਅਚੀਵਮੈਂਟ ਦੇ ਨੇ ਉਹ ਅਚੀਵ ਕਰੋ ਐਂਡ ਸਭ ਤੋਂ ਵੱਡੀ ਤਾਕਤ ਹੁੰਦੀ ਕਿ ਜਦੋਂ ਤੁਹਾਨੂੰ ਪਿੱਛੋਂ ਸਪੋਰਟ ਹੈ ਜਦੋਂ ਤੁਹਾਡੇ ਮਾਪਿਓ ਤੁਹਾਡੇ ਨਾਲ ਖੜੇ ਨੇ ਤੁਹਾਡੀ ਫੈਮਿਲੀ ਤੁਹਾਡੇ ਨਾਲ ਖੜੀ ਹੈ ਤੁਹਾਡੇ ਟੀਚਰਸ ਨੇ ਦੈਨ ਆਈ ਗੈਸ ਕਿ ਕੋਈ ਵੀ ਚੀਜ਼ ਛੋਟੀ ਵੱਡੀ ਨਹੀਂ ਹੁੰਦੀ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ ਅਤੇ ਇਸ ਫੀਲਡ ਤੋਂ ਬਾਅਦ ਅਕਸਰ ਅਸੀਂ ਦੇਖਿਆ ਕਿ ਬੱਚੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਦੇ ਆ ਤੁਹਾਡਾ ਵੀ ਇਸ 'ਤੇ ਰਾਹ ਜਾਣ ਦਾ ਖਿਆਲ ਹੈ ਹਾਂ ਡੈਫੀਨੇਟਲੀ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗੀ ਅੱਜ ਦਾ ਜਿੰਨਾ ਵੀ ਯੂਥ ਹੈ ਕਿ ਤੁਸੀਂ ਆਪਣੀ ਲਾਈਫ 'ਚ ਜੋ ਵੀ ਕਰ ਰਹੇ ਹੋ ਤੁਸੀਂ ਆਪਣੀ ਸਟੱਡੀਜ਼ ਕੰਪਲੀਟ ਕਰੋ ਸਭ ਕੁਝ ਕਰੋ ਬਟ ਆਈ ਬਿਲੀਵ ਦੈਟ ਜਿਹੜੇ ਜੁਡੀਸ਼ਰੀ ਦੇ ਐਗਜ਼ਾਮਸ ਨੇ ਸਿਵਲ ਸਰਵਿਸਿਜ਼ ਦੇ ਐਗਜ਼ਾਮ ਨੇ ਜਿਹੜੇ ਗਵਰਨਮੈਂਟ ਰਿਲੇਟਡ ਐਗਜ਼ਾਮਸ ਨੇ ਉਹ ਜ਼ਰੂਰ ਟਰਾਈ ਕਰਨੇ ਚਾਹੀਦੇ ਨੇ ਬਿਕਾਜ਼ ਇਫ ਯੂ ਵਾਂਟ ਟੂ ਬ੍ਰਿੰਗ ਚੇਂਜ ਇਨ ਦ ਵਰਲਡ ਰਾਈਟ ਨਾਓ ਯੂ ਨੀਡ ਪਾਰ ਯੂ ਨੀਡ ਰਿਪਰੈਜ਼ੈਂਟੇਸ਼ਨ ਅਤੇ ਮੈਂ ਇਹ ਮੰਨਦੀ ਹਾਂ ਕਿ ਅੱਜ ਜੇ ਮੈਂ ਇੱਕ ਛੋਟੀ ਜਿਹੀ ਆਪਣੀ ਅਚੀਵਮੈਂਟ ਵੀ ਕਰਕੇ ਆਈ ਹਾਂ ਠੀਕ ਹੈ ਨੇ ਮਿਨਿਸਟਰਸ ਵਿੱਚ ਹੋ ਕੇ ਆਈ ਹਾਂ ਇੰਨੇ ਸਾਰੇ ਬੱਚਿਆਂ ਨੂੰ ਮਿਲੀਆਂ ਮੈਨੂੰ ਇਹ ਲੱਗਦਾ ਕਿ ਅੱਗੇ ਅਗਰ ਮੈਂ ਇਸ ਵਰਲਡ ਵਿੱਚ ਇਸ ਆਪਣੇ ਚਾਹੇ ਡਿਸਟ੍ਰਿਕਟ ਵਿੱਚ ਹੀ ਕੁਛ ਚੇਂਜ ਲਿਆਉਣਾ ਚਾਹਾਂ ਅਤੇ ਆਈ ਵਿਸ਼ ਕਿ ਮੈਂ ਆਪਣੀ ਲਾਈਫ 'ਚ ਕੁਛ ਇੱਦਾਂ ਮੇਰੇ ਕੋਲ ਅਹੁਦਾ ਹੋਏ ਕਿ ਮੈਂ ਇੱਕ ਜੋ ਸੁਸਾਇਟੀ ਦੀ ਬੈਟਰਮੈਂਟ ਕਰਨਾ ਚਾਹੁੰਦੀ ਹਾਂ ਉਹਦੇ 'ਚ ਐਡੀਸ਼ਨ ਹੋਏ ਇਫ ਯੂ ਆਰ ਹੈਵਿੰਗ ਸਮਥਿੰਗ ਇਫ ਯੂ ਹੈਵ ਇੱਕ ਅਹੁਦਾ ਹੈ ਤੁਹਾਡੇ ਕੋਲ ਅਤੇ ਉਹ ਚੀਜ਼ ਐਡੀਸ਼ਨ ਹੁੰਦੀ ਹੈ ਔਰ ਜੋ ਤੁਸੀਂ ਆਪਣੀ ਸੁਸਾਇਟੀ 'ਚ ਬੈਟਰਮੈਂਟ ਕਰਨਾ ਚਾਹੁੰਦੇ ਹੋ ਐਡ ਔਨ ਹੋਈ ਜਾਏਗੀ ਅਤੇ ਮੇਰਾ ਡੈਫੀਨੇਟਲੀ ਮੈਂ ਖੁਦ ਤਾਂ ਪ੍ਰੀਪੇਅਰ ਡੈਫੀਨੇਟਲੀ ਕਰ ਰਹੀ ਹਾਂ ਕੰਪੀਟੀਟਿਵ ਐਗਜ਼ਾਮਸ ਲਈ ਐਂਡ ਆਲਸੋ ਆਈ ਐਮ ਪਰਸੂਇੰਗ BEd ਰਾਈਟ ਨਾਓ ਸੋ ਮੈਨੂੰ ਬਸ ਇਹੀ ਲੱਗਦਾ ਕਿ ਆਪਣੀ ਲਾਈਫ ਵਿੱਚ ਅਸੀਂ ਜਿੰਨੀ ਵੀ ਅਚੀਵਮੈਂਟਸ ਕਰੀਏ ਬਟ ਏਮ ਸ਼ੁੱਡ ਬੀ ਦੇਅਰ ਕਿ ਅੱਜ ਦੇ ਪਰਟੀਕੂਲਰ ਟਾਈਮ 'ਚ ਰਿਗਾਰਡਲੈਸ ਆਫ ਦ ਜੈਂਡਰ ਈਦਰ ਇਟਸ ਅ ਬॉय ਔਰ ਅ ਗਰਲ ਤੁਹਾਨੂੰ ਆਪਣੀ ਲਾਈਫ 'ਚ ਇਸ ਪੁਆਇੰਟ ਆਫ ਟਾਈਮ 'ਤੇ ਜੋ ਮਤਲਬ ਇਸ ਸਮੇਂ ਸਿਚੁਏਸ਼ਨ ਹੈ ਯੂ ਨੀਡ ਟੂ ਹੋਲਡ ਸਮ ਪਾਰ ਐਂਡ ਯੂ ਨੀਡ ਟੂ ਪਾਰਟੀਸਪੇਟ ਇਨ ਆਲ ਦੀਸ ਥਿੰਗਸ ਅੱਗੇ ਤੁਹਾਡਾ ਕੀ ਡਰੀਮ ਹੈ ਹੁਣ dream basically I'm currently pursuing BEd also so I really wish to give exams for that also but also I'll try for the civil services and I believe कि ਇਸ ਤੋਂ ਬਾਅਦ ਵੀ ਜਿੱਦਾਂ ਸੋਸਾਇਟੀ ਦੀ ਬੈਟਰਮੈਂਟ 'ਚ ਤੁਸੀਂ ਅਗਰ ਮੈਂ ਕਹਿੰਦੀ ਹਾਂ 10% ਵੀ ਯੋਗਦਾਨ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਠੀਕ ਹੈ ਆਈ ਪਰਸਨਲੀ ਫੀਲ ਕਿ ਚਲੋ ਹੁਣੇ ਮੈਂ ਤਿਆਰੀ ਕਰ ਰਹੀ ਹਾਂ ਵਿਦ ਗੋਡ ਗ੍ਰੇਸ ਇਫ ਆਈ ਕਲੀਅਰ ਦੈਨ ਡੈਫੀਨੇਟਲੀ ਆਈ ਐਮ ਗੋਣਾ ਗੋ ਫॉर ਇਟ if I am not able to clear, it doesn't mean that I'm going to lose my hope. I'm going to just put a full stop on my dreams. Jo mere ko meri second opportunity hai, that is being a teacher. And you know that teacher is someone who shapes the future of a country. So I believe ki hamesha, you just don't have to put a full stop on your dreams, on your aspirations. Just keep trying. ਤੇ ਜਿਹੜੇ ਸਾਡੇ ਦਰਸ਼ਕ ਨੇ ਕੁੜੀਆਂ ਨੇ ਖਾਸ ਕਰਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੁੜੀਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਆਪਣੀ ਜੀਵਨ ਵਿੱਚ ਆਲ ਰਾਊਂਡਰ ਬਣਨ ਦਾ ਟਰਾਈ ਕਰੋ if you are into a situation ki you have to stay home and you want to help your parents and something like that, that's your personal choice, do it, but apni education zarur puri karo. I am a sole believer कि तुसी अपनी एजुकेशन चाहे तुसी बैचलर्स कीती है तुसी ग्रेजुएशन कीती है पोस्ट ग्रेजुएशन कीती है
ਆਪਣੀ ਐਜੂਕੇਸ਼ਨ ਜ਼ਰੂਰ ਪੂਰੀ ਕਰੋ। ਅੱਜ ਦੇ ਟਾਈਮ 'ਚ ਕੁੜੀਆਂ ਨੂੰ ਇੰਡੀਪੈਂਡੈਂਟ ਹੋਣਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਆਈ ਪਾਰਟਿਕੂਲਰਲੀ ਬਿਲੀਵ ਕਿ ਇੰਡੀਪੈਂਡੈਂਟ ਹੋਣਾ ਇਟਸ ਐਕਸਟ੍ਰੀਮਲੀ ਇੰਪੋਰਟੈਂਟ। ਤੁਸੀਂ ਕੁਛ ਅਗਰ ਜੇ ਤੁਸੀਂ ਬਾਹਰ ਨਹੀਂ ਜਾ ਕੇ ਕੰਮ ਕਰ ਸਕਦੇ ਹੋ, ਸਟਾਰਟ ਵਰਕਿੰਗ ਫਰਮ ਹੋਮ। ਆਈ ਜਸਟ ਵਾਂਟ ਟੂ ਸੇ ਕਿ ਤੁਸੀਂ ਕਿਸੇ 'ਤੇ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ। ਮੈਨੂੰ ਮੇਰੇ ਮੋਮ ਨੇ ਸਪੈਸ਼ਲੀ ਇਹ ਚੀਜ਼ ਸਿਖਾਈ ਹੈ ਕਿ ਹਮੇਸ਼ਾ ਆਪਣੀ ਲਾਈਫ 'ਚ ਇੰਡੀਪੈਂਡੈਂਟ ਰਹੋ। ਹਮੇਸ਼ਾ ਚਾਹੇ ਯੂ ਗੈਟ ਮੈਰਿਡ ਔਰ ਯੂ ਕੁਛ ਵੀ ਆਪਣੀ ਲਾਈਫ 'ਚ ਕਰੋ, ਇੱਕ ਇੰਡੀਪੈਂਡੈਂਸੀ ਇਜ਼ ਵੈਰੀ ਮਚ ਇੰਪੋਰਟੈਂਟ। ਐਂਡ ਜਿਹੜੀ ਵੀ ਕੁੜੀਆਂ ਨੇ ਆਪਣੀ ਲਾਈਫ 'ਚ ਐਗਜ਼ਾਮਸ ਦੇ ਰਹੇ ਨੇ, ਜੋ ਮਰਜ਼ੀ ਕਰ ਰਹੇ ਨੇ, ਮਾਈ ਰੀਅਲੀ ਬੈਸਟ ਵਿਸ਼ਿਸ ਟੂ ਦੈਮ। ਅੱਜ ਕੱਲ੍ਹ ਜਿੱਦਾਂ ਦੇਖ ਵੀ ਰਹੇ ਹਾਂ ਕੁੜੀਆਂ 'ਚ ਨਾ, ਉਹਨਾਂ ਨੂੰ ਆਈ ਬਿਲੀਵ ਕਿ ਪਲੈਟਫਾਰਮ ਦੀ ਬਹੁਤ ਜ਼ਰੂਰਤ ਹੈ ਇਸ ਸਮੇਂ। ਇਟਸ ਐਨ ਓਬਵੀਅਸ ਥਿੰਗ ਕਿ ਇੱਕ ਥੋੜ੍ਹਾ ਸੀ ਇੱਕ ਲਿਮਿਟੇਸ਼ਨ ਹੁੰਦੀ ਹੈ ਕੁੜੀਆਂ 'ਤੇ, ਬਟ ਇੱਕ ਪਲੈਟਫਾਰਮ ਦੀ ਬਹੁਤ ਜ਼ਰੂਰਤ ਹੈ। ਇੱਦਾਂ ਦੇ ਕੰਪੀਟੀਸ਼ਨਸ ਹੀ ਹੋਣੇ ਚਾਹੀਦੇ ਨੇ, ਜਾਂ ਜੋ ਇੰਟਰੈਕਸ਼ਨ ਹੁੰਦੀ ਹੈ ਜਾਂ ਜੋ ਓਪਰਚੁਨਿਟੀਜ਼ ਨੇ, ਇਹ ਕੁੜੀਆਂ ਨੂੰ ਸਪੈਸ਼ਲੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ। ਹੁਣ ਛੋਟੀ ਛੋਟੀ ਚੀਜ਼ ਵੀ ਹੈ, ਇੰਨੀ ਇੰਪੋਰਟੈਂਸ ਰੱਖ ਸਕਦੀ ਹੈ ਇੱਕ ਅੱਜ ਕੱਲ੍ਹ ਦੀ ਲਾਈਫ 'ਚ। ਜੋ ਐਕਚੁਅਲੀ ਸਿਚੁਏਸ਼ਨ ਇਸ ਸਮੇਂ ਹੋ ਰਹੀ ਹੈ, ਇਹ ਇੰਡੀਪੈਂਡੈਂਸ ਐਂਡ ਪਾਰਟਿਕੂਲਰਲੀ relying on yourself is such an important I could say it's such an important word कि I would just tell girls ਕਿ ਤੁਸੀਂ ਆਪਣੀ ਲਾਈਫ 'ਚ ਕੁਛ ਕਰੋ ਅਤੇ ਇੱਕ ਦੂਜੇ ਦੀ ਇੰਸਪੀਰੇਸ਼ਨ ਬਣੋ। ਮੈਂ ਨਹੀਂ ਮੰਨਦੀ ਕਿ ਤੁਸੀਂ ਅਗਰ ਇੱਕ IPS IAS ਹੀ ਬਣ ਗਏ ਹੋ ਤਾਂ ਹੀ ਤੁਸੀਂ ਇੰਸਪਾਇਰ ਕਰ ਰਹੇ ਹੋ। ਤੁਸੀਂ ਕਿਸੇ ਵੀ ਕੁਰਸੀ 'ਚ ਬੈਠੇ ਹੋ, ਚਾਹੇ ਇੱਕ ਟੀਚਰ ਦੀ ਕੁਰਸੀ 'ਤੇ ਹੋ, ਚਾਹੇ ਇੱਕ ਰਿਪੋਰਟਰ ਦੀ ਕੁਰਸੀ 'ਤੇ ਹੋ, ਚਾਹੇ ਇੱਕ ਮਿਨਿਸਟਰ ਦੀ ਕੁਰਸੀ 'ਤੇ ਹੋ, ਤੁਸੀਂ ਇੰਸਪਾਇਰ ਕਰ ਰਹੇ ਹੋ। ਤੁਸੀਂ ਇੱਕ ਨੋਰਮਲ ਇੱਕ ਲੀਡਰਸ਼ਿਪ ਦੀ ਕੁਛ ਵੀ ਕਰ ਰਹੇ ਹੋ, ਤੁਸੀਂ ਇੰਸਪਾਇਰ ਕਰੋ। ਤੁਹਾਨੂੰ ਪਤਾ ਨਹੀਂ ਹੁੰਦਾ ਬਟ ਤੁਸੀਂ ਇੰਸਪਾਇਰ ਕਰ ਰਹੇ ਹੋ। ਐਂਡ ਯੂ ਨੀਡ ਟੂ ਫਾਈਂਡ ਆਊਟ ਐਗਜ਼ਾਮਪਲਸ ਔਨ ਯੋਰ ਓਨ। ਠੀਕ ਹੈ, ਅਸੀਂ ਕਹਿੰਦੇ ਸਾਨੂੰ ਕਿ ਜਦੋਂ ਇੰਸਪਾਇਰ ਹੋ ਰਹੀ, ਅਸੀਂ ਹਮੇਸ਼ਾ ਵੱਡੇ ਵੱਡੇ ਐਗਜ਼ਾਮਪਲਸ ਦਿੰਦੇ ਹਾਂ। ਵੈਨ ਐਵਰ ਵੀ ਯੂਜ਼ ਟੂ ਰੀਡ ਐਸੇਜ਼, ਆਲੇ ਦੁਆਲੇ 'ਚ ਬਹੁਤ ਇੰਸਪੀਰੇਸ਼ਨ। ਹਾਂ, ਆਲੇ ਦੁਆਲੇ 'ਚ ਬਹੁਤ ਇੰਸਪੀਰੇਸ਼ਨਸ ਨੇ। ਜਸਟ ਉਹਨਾਂ ਨੂੰ ਕੈਚ ਕਰੋ, ਔਰ ਜਦੋਂ ਉਹਨਾਂ ਨੂੰ ਕੈਚ ਕਰੋਗੇ ਯੂ ਵਿਲ ਸੀ ਐਨ ਨੰਬਰ ਆਫ ਓਪਰਚੁਨਿਟੀਜ਼ ਇਨ ਫਰੰਟ ਆਫ ਯੂ। ਜੀ, ਬਹੁਤ ਬਹੁਤ ਸ਼ੁਕਰੀਆ ਜਪਨੀਤ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਸੋ ਮਚ। ਐਂਡ ਮੈਨੂੰ ਵੀ ਬਹੁਤ ਅੱਛਾ ਲੱਗਿਆ। ਐਂਡ ਬਹੁਤ ਅੱਛਾ ਲੱਗਦਾ ਹੈ ਕਿ ਅੱਜ ਮੈਂ ਕੋਈ ਅਚੀਵਮੈਂਟ ਕੀਤੀ ਹੈ ਅਤੇ ਮੈਨੂੰ ਕਾਫੀ ਲੋਕਾਂ ਦੇ ਇੱਦਾਂ ਦੇ ਮੈਸੇਜਿਸ ਆਏ ਦੈਟ ਯੂ ਇੰਸਪਾਇਰ ਅਸ, ਯੂ ਮੋਟੀਵੇਟ ਅਸ। ਦੀਜ਼ ਆਰ ਦ ਸਮੋਲ ਥਿੰਗਸ ਵਿਚ ਐਕਚੁਅਲੀ ਜੋ ਤੁਹਾਨੂੰ ਪੁਸ਼ ਕਰਦੀਆਂ ਨੇ ਕਿ ਤੁਸੀਂ ਆਪਣੀ ਲਾਈਫ 'ਚ ਕੁਛ ਵੱਡਾ ਅਚੀਵ ਕਰਨਾ ਹੈ। ਸੋ ਡੈਫੀਨੇਟਲੀ ਆਈ ਹੋਪ ਕਿ ਅੱਜ ਮੇਰੀ ਛੋਟੀ ਜਿਹੀ ਗੱਲ ਵੀ ਕਿਸੇ ਨੂੰ ਇੰਸਪਾਇਰ ਕਰ ਜਾਏ, ਕਿਸੇ ਨੂੰ ਮੋटिवेट कर जाए, दैट विल बी द बेस्ट थिंग दैट कैन एवर हैपन टू मी। गुलाबों की खुशबू ये दीवारें रोक नहीं सकती, हवाओं की बहार ये मीनारें रोक नहीं सकती, बुलंद हौसले ही जीवन की हकीकत हैं, इन फौलादों की रफ्तार ये तकदीरें नहीं रोक सकती, इन फौलादों की रफ्तार ये तकदीरें नहीं रोक सकती। सो थैंक यू सो मच। ਥੈਂਕ ਯੂ ਸੋ ਮਚ ਜਪਨੀਤ। ਸੋ ਇਹ ਸੀ ਜਪਨੀਤ। ਹੋਰ ਖਬਰਾਂ ਲਈ ਦੇਖਦੇ ਰਹੋ ਔਨ ਏਅਰ। ਕੈਮਰਾ ਪਰਸਨ ਹਰਵਿੰਦਰ ਦੇ ਨਾਲ ਜਸਨੂਰ ਤਵਨ, ਔਨ ਏਅਰ ਲੁਧਿਆਣਾ।